ਸਤਿ ਸ਼੍ਰੀ ਅਕਾਲ। ਤੇਜ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਆਏ ਹਾਂ IVY ਹਸਪੀਟਲ, ਜਿੱਥੇ ਕਿ ਇੱਕ ਬਹੁਤ ਹੀ ਕ੍ਰਿਟੀਕਲ ਕੇਸ ਆਇਆ ਸੀ। ਇੱਕ ਪ੍ਰੈਗਨੈਂਟ ਲੇਡੀ ਦਾ ਕੇਸ ਆਇਆ ਸੀ ਜਿਨ੍ਹਾਂ ਨੂੰ ਫਾਈਬਰੋਇਡ ਦੀ ਪ੍ਰੋਬਲਮ ਸੀ ਤੇ ਉਤੋਂ ਉਹਨਾਂ ਦੀ ਡਿਲੀਵਰੀ ਹੋਣੀ ਸੀ, ਜੋ ਕਿ ਬਹੁਤ ਹੀ ਮੁਸ਼ਕਲ ਕੰਮ ਹੈਗਾ ਸੀ। ਬਟ ਜਿਵੇਂ ਕਿ ਜੇ ਆਪਾਂ IVY ਹਸਪੀਟਲ ਦੀ ਗੱਲ ਕਰੀਏ ਤੇ ਇੱਥੋਂ ਦੇ ਡਾਕਟਰਸ ਆਲਮੋਸਟ ਸਭ ਡਾਕਟਰ ਇੱਥੇ ਬੈਸਟ ਹੈਗੇ ਆ ਤੇ ਇੱਥੇ ਹਸਤਾ ਕੁਛ ਤੇ ਜਿਹੜੇ ਡਾਕਟਰ ਹੈਗੇ ਸੀ ਜਿਨ੍ਹਾਂ ਨੇ ਇਹ ਡਿਲੀਵਰੀ ਸਾਂਭੀ ਹੈ, ਸੌਂਪੀ ਹੈ ਸਾਰੀ। ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਕਿ ਕੀ ਦਿੱਕਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਤੇ ਬੇਬੀ ਜੇ ਆਪਾਂ ਵੇਖੀਏ ਤੇ ਬੇਬੀ ਨੂੰ ਵੀ ਅਸੀਂ ਵੇਖਿਆ ਸੀ, ਬਹੁਤ ਹੀ ਹੈਲਦੀ ਬੇਬੀ ਆਇਆ ਸੀ। ਤੇ ਮੈਮ, ਜਿਵੇਂ ਕਿ ਤੁਸੀਂ ਇਹ ਕੇਸ ਹੈਂਡਲ ਕੀਤਾ, ਬਹੁਤ ਹੀ ਕ੍ਰਿਟੀਕਲ ਕੇਸ ਹੈਗਾ ਸੀ ਕਿ ਲੇਡੀ ਨੂੰ ਫਾਈਬਰੋਇਡ ਦੀ ਪ੍ਰੋਬਲਮ ਸੀ ਤੇ ਫਿਰ ਵੀ ਡਿਲੀਵਰੀ ਬਹੁਤ ਹੀ ਗੁੱਡ ਹੋਈ ਹੈ, ਬੱਚਾ ਹੈਲਦੀ ਹੋਇਆ, ਈਵਨ ਕਿ ਮਦਰ ਵੀ ਗੁੱਡ ਹੈ। ਤੇ ਇਸ ਚੀਜ਼ ਬਾਰੇ ਥੋੜਾ ਸਾਨੂੰ ਦੱਸੋ ਕਿ ਪ੍ਰੋਬਲਮ ਕੀ ਸੀ ਬੇਸਿਕਲੀ ਪ੍ਰੋਬਲਮ। हाँ जी, सत श्री अकाल। फर्स्ट ऑफ ऑल माई सेल्फ डॉक्टर हस्ता कुश्ते फ्रॉम IV हॉस्पिटल अमृतसर। ये था कि हमारे पास ये पेशेंट आई थी सम टाइम बैक विथ अ वेरी लार्ज फाइब्रॉयड, काफ़ी बड़ी रसौली थी उसको, एंड उसके साथ 9 महीने की प्रेगनेंसी थी। सो जनरली क्या होता है, ऐसे पेशेंट्स में काफ़ी ज़्यादा ब्लीडिंग होने के चांसेस होते हैं। ये पेशेंट का फाइब्रॉयड मतलब जहाँ पर बच्चे का सिर होता है, बच्चेदानी का मुंह होता है, वहाँ पर पूरी जगह फाइब्रॉयड ने, उस रसौली ने, उस मांस ने ली हुई थी। सो आमतौर पर फिर दे एंड अप इनटू हिस्टेरेक्टमी, जिसका मतलब है कि उनका पूरी बच्चेदानी निकाली जाती है जब बहुत ज़्यादा ब्लड लॉस होता है। बट हमने इस पेशेंट को काफ़ी अच्छे से मैनेज किया, ब्लड कंट्रोल रखा, बच्चेदानी निकालनी भी नहीं पड़ी, एंड एट द सेम टाइम वी गेव हर अ हेल्दी बेबी। अच्छा 3.2 kg का वो बेबी था, एंड नाउ बोथ ऑफ देम, दोनों को भी छुट्टी हो गई है और पेशेंट और बेबी दोनों हेल्दी कंडीशन में घर गए हुए हैं। ਮੈਮ, ਜੇਕਰ ਆਪਾਂ ਗੱਲ ਕਰੀਏ ਕਿ ਉਹ ਮਦਰ ਨੂੰ ਜਿੱਦਾਂ ਫਾਈਬਰੋਇਡ ਦੀ ਪ੍ਰੋਬਲਮ ਹੈ ਤੇ ਉਹ ਚੀਜ਼ ਹੁਣ ਉਹਨਾਂ ਦੀ ਮਤਲਬ ਕੱਢੀ ਗਈ ਹੈ, ਜਿੱਦਾਂ ਰਸੌਲੀ ਹੁੰਦੀ ਆਈ ਗੈਸ ਹੈ, ਤੇ ਉਹ ਚੀਜ਼ ਦਾ ਹੁਣ ਅੱਗੇ ਕੀ ਹੈਗਾ ਉਹਨਾਂ ਦਾ ਪ੍ਰੋਸੈਸ। ਉਹਦੀ ਰਸੌਲੀ ਦਾ ਪੂਰਾ ਬਲੱਡ ਸਪਲਾਈ ਅਸੀਂ ਕੱਟ ਕੀਤਾ ਹੋਇਆ ਹੈ, ਠੀਕ ਹੈ, ਜਿਸ ਕਰਕੇ ਅੱਗੇ ਜਾ ਕੇ ਉਹ ਆਪਣੇ ਆਪ ਥੋੜੀ ਜਿਹੀ ਸਿकुड़ ਜਾਏਗੀ। ਐਂਡ ਰਾਈਟ ਨਾਓ ਉਹ ਬਹੁਤ ਜ਼ਿਆਦਾ ਵੈਸਕੂਲਰ ਸੀਗੀ, ਜਿਹਦਾ ਮਤਲਬ ਹੈ ਕਿ ਉਹਦੀ ਬਲੱਡ ਸਪਲਾਈ ਬਹੁਤ ਜ਼ਿਆਦਾ ਵਧੀ ਸੀਗੀ। ਜੇ ਹੁਣ ਅਸੀਂ ਛੇੜਦੇ ਉਹਨੂੰ ਤੇ ਉਹ ਕਾਫੀ ਜ਼ਿਆਦਾ ਬਲੀਡ ਕਰ ਜਾਂਦੀ, ਐਂਡ ਫਿਰ ਬਚਣਾ ਸ਼ਾਇਦ ਮੁਸ਼ਕਿਲ ਹੋ ਜਾਂਦਾ। ਤੇ ਅਸੀਂ ਕਾਫੀ ਟਾਂਕੇ ਲਗਾ ਕੇ ਉਹਦਾ ਬਲੱਡ ਸਪਲਾਈ ਪੂਰਾ ਕੱਟ ਕੀਤਾ ਹੋਇਆ ਹੈ, ਤੇ ਸੋ ਦੈਟ ਅੱਗੇ ਜਾ ਕੇ ਉਹ ਸ਼ਰਿੰਕ ਕਰੇਗੀ, ਐਂਡ ਦੈਨ ਲੇਟਰ ਔਨ ਇਨ ਅ ਸੈਕੰਡ ਸਿਟਿੰਗ ਵੀ ਵਿਲ ਪਲਾਨ ਅ ਸਰਜਰੀ ਫॉर ਹਰ। ਮਤਲਬ ਇਨ ਫਿਊਚਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਜਾਂ ਨਹੀਂ, ਲਾਈਕ ਜਾਂ ਨਾਰਮਲ ਹੀ ਰਹੇਗੀ ਬੋਡੀ। ਜਿੱਦਾਂ ਹੁਣ ਉਹਨਾਂ ਨੂੰ ਅਸੀਂ ਦੇਖਿਆ ਸੀ ਤੇ ਉਹਨਾਂ ਦੀ ਬੋਡੀ ਪ੍ਰੋਪਰ ਨਾਰਮਲ ਸੀ ਐਂਡ ਗੁੱਡ ਕੰਡੀਸ਼ਨ 'ਚ ਸੀ ਉਹ, ਤੇ ਤੁਹਾਨੂੰ ਲੱਗਦਾ ਕਿ ਅੱਗੇ ਆ ਕੇ ਕੋਈ ਫਿਊਚਰ 'ਚ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ। नहीं, मोस्ट लाइकली अभी नाउ शी विल स्टे इन अ गुड हेल्थ ओनली, वी हैव टेकन केयर ऑफ दैट। वो अच्छी कंडीशन में ही रहेगी मोस्टली, तो अभी कोई उनको प्रॉब्लम नहीं आनी चाहिए। ਮੈਮ, ਇੱਕ ਮੈਂ ਲਾਸਟ 'ਤੇ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਸਾਰੀ ਮਦਰਸ ਵਾਸਤੇ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੀ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਹੈ ਤੇ ਕੋਈ ਗੁੱਡ ਡਾਈਟ ਹੋਵੇ ਉਹਨਾਂ ਵਾਸਤੇ ਜਾਂ ਕੋਈ ਪ੍ਰੀਕੋਸ਼ਨਸ ਉਹਨਾਂ ਨੂੰ ਲੈਣੀਆਂ ਹੋਣ, ਤੇ ਉਸ ਚੀਜ਼ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋ। हाँ जी, बिल्कुल, मतलब डाइट तो है ही ज़रूरी है। सो व्हाट इज़ मेन इम्पॉर्टेंट इज़ अ प्रोटीन रिच डाइट, जिसमें बहुत ज़्यादा प्रोटीन हो, आयरन सप्लीमेंटेड डाइट हो। एंड काफ़ी तरह देखा जाता है कि पेशेंट्स जो होते हैं कि वो जैसे लंच ज़्यादा खा लेते हैं, ब्रेकफास्ट ज़्यादा खा लेते हैं, एंड ब्रेकफास्ट और लंच और डिनर, इन 3 चीज़ों में काफ़ी ज़्यादा गैप पड़ता है। बट प्रेगनेंसी में ये होता है, यू हैव टू टेक स्मॉल फ्रीक्वेंट मील्स, जिसका मतलब है कि एक ही भरा हुआ ब्रेकफास्ट या एक ही हैवी लंच की जगह पे आप हर 2-3 घंटे में छोटे छोटे अच्छे मील्स लो, सो दैट वो पचता भी अच्छे से है, एंड बेबी को भी न्यूट्रिशन अच्छी मिलती है। तो ये काफ़ी मिसकंसेप्शन है कि लोग डबल खा लेते हैं पर ब्रेकफास्ट डबल कर लेते हैं। बट व्हाट इज़ रिकमेंडेड इज़ मील्स को थोड़ा फ्रीक्वेंट इंटरवल्स पे लो, और उन दोनों के गैप्स बहुत ज़्यादा ना हो, एंड एट द सेम टाइम न्यूट्रिशियस हो, जंक फूड अवॉइड करे, काफ़ी ज़्यादा फ्रूट्स, विटामिन्स जिसमें चले जाते हैं, एंड कच्ची सब्जियाँ, सलाड्स, एंड ऑल दिस इज़ recommended during एक्सरसाइज वगैरह करनी भी ज़रूरी है कंडीशन। बिल्कुल बिल्कुल, एक्सरसाइज वगैरह दिस एक्चुअली आई डू कवर इन अ 9 month। जब भी हमारे पास कोई प्रेगनेंसी पेशेंट बुक हो जाती है तो 9 month के उसमें एक हमारा प्रोटोकॉल होता है, आई कंडक्ट क्लासेस फॉर देम, जिसमें ये सारी चीज़ों की ओरिएंटेशन उनको दी जाती है कि व्हाट एक्सरसाइजेज शी शुड बी डूइंग, एंड व्हाट डाइट शी शुड टेक। बिकॉज क्या होता है, पेशेंट
मोस्ट कॉमनली गूगल कर लेते हैं एंड उसमें बहुत ही ज़्यादा इन्फॉर्मेशन है, कुछ अच्छी भी है कुछ गलत भी है. सो एज अ डॉक्टर आई हैव रिड्यूस्ड इट टू वन लेक्चर जिसमें बेस्ट इन्फॉर्मेशन, सही इन्फॉर्मेशन उनको अपनी भाषा में, उनको अपनी तरीके से समझाई जाती है. सो दैट इज़ वन एंटीनेटल क्लास जो मैं कंडक्ट करती होती हूँ यहाँ पर. ਮੈਮ ਜੇਕਰ ਅੱਜ ਕੱਲ੍ਹ ਦੇ ਮਾਡਰਨ ਐਰਾ ਦੀ ਗੱਲ ਕਰੀਏ ਤੇ ਅੱਜ ਕੱਲ੍ਹ ਦੀ ਲੇਡੀਜ਼ ਕੀ ਰეკਮੈਂਡ ਕਰਦੀਆਂ, YouTube ਰეკਮੈਂਡ ਕਰਦੀਆਂ, Google ਰეკਮੈਂਡ ਕਰਦੀਆਂ, ਜੋ ਜੋ ਲਿਖਿਆ ਹੁੰਦਾ ਉਸ ਅਕੋਰਡਿੰਗ ਜਾਈ ਜਾਣਗੀਆਂ. ਹਾਲੇ ਬੇਬੀ ਹੋਇਆ ਵੀ ਨਹੀਂ ਹੁੰਦਾ ਬਟ ਉਸ ਅਕੋਰਡਿੰਗ ਜਾਂਦੀਆਂ. ਆਫਟਰ ਬੇਬੀ ਵੀ ਉਹ Google ਜਾਂ YouTube ਦੇ ਸਹਾਰੇ ਹੀ ਚੱਲਦੀਆਂ. ਯੂ ਥਿੰਕ ਕਿ ਇਹ ਗੁੱਡ ਚੀਜ਼ ਹੈਗੀ ਹੈ ਕਿ ਆਈ ਥਿੰਕ ਆਹ ਚੀਜ਼ਾਂ 'ਚ ਡਾਕਟਰ ਦੀ ਸਲਾਹ ਲਈਏ ਤਾਂ ਜ਼ਿਆਦਾ ਬੈਟਰ ਹੈ ਐਜ਼ ਕੰਪੇਅਰ ਟੂ Google ਤੇ YouTube. होता क्या है ना कि जे डॉक्टर की सलाह लेनी हो तो मोस्ट ऑफ द डॉक्टर्स दे हैव टू गो टू विजिट अ डॉक्टर. तो जाना इस कोरोना काल में जाना भी काफ़ी मुश्किल हो जाता है. एंड सेकंड थिंग इज़ एवरी मनी फैक्टर आ जाता है. सो समवेयर दे हेजिटेट एंड दैट इज़ द रीज़न दे आर गूगलिंग और दे आर वॉचिंग यूट्यूब. बट इफ़ यू सी माई पेशेंट्स, एवरी पेशेंट ऑफ माइन, मैं हर पेशेंट को अपना नंबर देती हूँ और उनको मेरे साथ एक पर्सनल बॉन्डिंग बन जाती है उन 9 महीने में. एंड जो छोटे छोटे सवाल होते हैं, छोटे छोटे कुछ वो होते हैं, वो मुझे डायरेक्टली फ़ोन पे ही पूछ लेते होते हैं. सो आई डोंट कॉल देम एट माई क्लिनिक फॉर एवरी विज़िट. सो इस चीज़ से उनका काफ़ी फ़ायदा हो जाता है. सो आई थिंक कि मेरे पेशेंट्स को ज़्यादा गूगल करने की ज़रूरत नहीं पड़ती क्योंकि उनका डॉक्टर ही उनको सही सलाह दे रहा है विथ नो एक्स्ट्रा मनी, एज अ फ्रेंड ही हो रहा है. सो दैट इज़ व्हाट आई थिंक थोड़ा सा चेंज होना चाहिए सो दैट उनको वो जो गूगल की तरफ जाने की नीड ही ना हो. ਮੈਮ ਇੱਥੇ ਤੁਹਾਡੇ ਟਾਈਮਿੰਗਸ ਕੀ ਹੈਗੇ IVY ਹਸਪੀਟਲ? इधर 9 to 2:30 होते हैं टाइमिंग. ਮਤਲਬ ਤੁਸੀਂ ਵੀਕਲੀ ਇੱਥੇ ਹੀ ਹੁੰਦੇ ਹੋ ਹਰ? हाँ जी. इस तो अलावा आई गो टू एयरफोर्स स्टेशन, इंडियन एयरफोर्स, एंड दोज आर इवनिंग OPDs एंड आई कंडक्ट OPDs ओवर देयर. ਥੈਂਕ ਯੂ ਸੋ ਮਚ ਮੈਮ ਆਪਣਾ ਕੀਮਤੀ ਸਮੇਂ ਸਾਨੂੰ ਦੇਣ ਲਈ. ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਅੱਜ ਆਪਾਂ ਮੈਮ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਤੇ ਈਵਨ ਦੱਸਿਆ ਕਿ ਇਹ ਈਵਨ ਜੇ ਇੱਕ ਲੇਡੀ ਪ੍ਰੈਗਨੈਂਟ ਹੈਗੀ ਹੈ ਤਾਂ ਉਹਨੂੰ ਕੀ ਟਿਪਸ ਲੈਣੀਆਂ ਚਾਹੀਦੀਆਂ, ਕੀ ਨਹੀਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਹੈ. ਐਂਡ ਇੱਕ ਬਹੁਤ ਹੀ ਵਧੀਆ ਜਿਹੜੀ ਮੇਨ ਗੱਲ 'ਤੇ ਮੈਂ ਫੋਕਸ ਕਰਨਾ ਚਾਹੂੰਗੀ ਕਿ ਜਿਹੜੀ ਇੱਥੇ ਲੇਡੀ ਆਈ ਸੀ ਜਿਹਨੂੰ ਫਾਈਬਰੋਇਡ ਦੀ ਪ੍ਰੋਬਲਮ ਸੀ, ਬਹੁਤ ਹੀ ਵਧੀਆ ਉਹਦਾ ਕੇਸ ਹੈਂਡਲ ਕੀਤਾ ਗਿਆ. ਐਂਡ ਈਵਨ ਕਿ ਮਾਂ ਵੀ ਹੁਣ ਗੁੱਡ ਹੈ, ਈਵਨ ਉਹਨਾਂ ਦਾ ਬੇਬੀ ਵੀ ਬਹੁਤ ਹੀ ਗੁੱਡ ਹੈ. 3 kg ਦਾ ਉਹਨਾਂ ਦਾ ਬੇਬੀ ਹੋਇਆ. ਅਤੇ ਮੈਂ ਇਹੀਓ ਸਾਰਿਆਂ ਨੂੰ ਸਲਾਹ ਦੇਣਾ ਚਾਹੂੰਗੀ ਕਿ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਆਪਣੇ ਪ੍ਰੈਗਨੈਂਸੀ ਦੇ ਰਿਗਾਰਡਿੰਗ, ਤੇ ਇੱਕ ਵਾਰੀ ਪਲੀਜ਼ IVY ਹਸਪੀਟਲ ਜ਼ਰੂਰ ਆਉਣ. ਬਾਕੀ ਦੇਖਦੇ ਰਹੋ ਮੇਨਾ ਤੇਜ ਪੰਜਾਬ ਨਿਊਜ਼.